ਕੈਨੇਡਾ ਭਰ ਵਿੱਚ ਇਸ ਸਮੇਂ ਕੋਵਿਡ-19 ਦੇ ਕਰਕੇ ਜੋ ਵੀ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਲੈ ਕੇ ਵੱਖੋ ਵੱਖਰੇ ਫੈਸਲੇ ਲਏ ਜਾ ਰਹੇ ਨੇ। ਸਰਕਾਰਾਂ ਵੱਲੋਂ ਜੋ ਐਲਾਨ ਕੀਤੇ ਜਾ ਰਹੇ ਨੇ ਮਦਦ ਦੇ ਬਾਰੇ, ਉਹ ਉਹਨਾਂ ਵਾਸਤੇ ਕੀਤੇ ਜਾ ਰਹੇ ਨੇ ਜੋ ਕੋਵਿਡ-19 ਤੋਂ ਪ੍ਰਭਾਵਿਤ ਹੋਏ ਨੇ ਤੇ ਘਰਾਂ 'ਚ ਬੈਠੇ ਨੇ, ਕੰਮ ਤੇ ਨਹੀਂ ਜਾ ਸਕਦੇ। ਕੋਵਿਡ-19 ਕਰਕੇ ਉਹਨਾਂ ਦੀ ਕੰਪਨੀ ਨੇ ਕੰਮ ਬੰਦ ਕਰ ਦਿੱਤਾ ਜਾਂ ਉਹਨਾਂ ਦੇ ਘਰ 'ਚ ਕੋਈ ਬਿਮਾਰ ਹੈ ਜਾਂ ਬਿਮਾਰ ਹੈ, ਉਹ ਕੰਮ ਤੇ ਨਹੀਂ ਜਾਂਦੇ ਤਾਂ ਉਹਨਾਂ ਨੂੰ ਤਾਂ ਸਰਕਾਰ ਵੱਲੋਂ ਮਦਦ ਮਿਲ ਰਹੀ ਹੈ। ਪਰ ਜਿਹੜੇ ਵਿਅਕਤੀ ਕੰਮ ਤੇ ਜਾ ਰਹੇ ਨੇ ਉਹਨਾਂ ਦੀ ਸੁਰੱਖਿਆ ਦਾ ਕੀ? ਸ਼ੁਰੂਆਤ ਕਰਦੇ ਹਾਂ ਟੋਰਾਂਟੋ ਦੇ ਕੁਝ ਅੰਕੜਿਆਂ ਤੋਂ। ਟੋਰਾਂਟੋ ਦੇ ਵਿੱਚ ਹੁਣ ਤੱਕ ਕੋਵਿਡ-19 ਦੇ 3100 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ ਹਜੇ ਤੱਕ ਸਿਰਫ 172 ਹੀ ਨੇ ਜਿਹੜੇ ਠੀਕ ਹੋਏ ਨੇ, ਪਰ 154 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਯਾਨੀ ਕਿ ਹਜ਼ਾਰਾਂ ਮਾਮਲੇ ਜੇ ਇੱਕ ਸ਼ਹਿਰ ਦੇ ਵਿੱਚੋਂ ਸਾਹਮਣੇ ਆਏ ਨੇ ਟੋਰਾਂਟੋ ਦੇ ਵਿੱਚੋਂ, ਤਾਂ ਖਤਰਾ ਜਿਹੜਾ ਉੱਥੇ ਕੰਮ ਕਰਦੇ ਜਿੰਨੇ ਵੀ ਉੱਥੇ ਚਾਹੇ ਗਰੋਸਰੀ ਸਟੋਰ ਖੁੱਲ੍ਹੇ ਨੇ, ਚਾਹੇ TTC ਦੇ ਕਾਮਿਆਂ ਨੂੰ, ਉਹ ਖਤਰਾ ਵੀ ਉਨਾ ਹੀ ਜ਼ਿਆਦਾ ਹੈ। ਅਤੇ TTC ਦੇ ਕਾਮਿਆਂ ਨੇ ਤਾਂ ਇਸ ਦੇ ਉੱਤੇ ਸ਼ਿਕਾਇਤ ਵੀ ਕੀਤੀ ਹੈ ਕਿ ਕੰਪਨੀ ਵੱਲੋਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੁਝ ਜ਼ਿਆਦਾ ਧਿਆਨ ਨਹੀਂ ਰੱਖਿਆ ਜਾ ਰਿਹਾ, ਜਿਸ ਦਾ ਨਤੀਜਾ ਇਹ ਵੀ ਨਿਕਲਿਆ ਸੀ ਕਿ ਬੁੱਧਵਾਰ ਨੂੰ 2 ਦਰਜਨ ਤੋਂ ਜ਼ਿਆਦਾ ਕਾਮਿਆਂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇੱਥੇ ਉਹਨਾਂ ਵੱਲੋਂ ਇਹ ਵੀ ਸ਼ਿਕਾਇਤ ਕੀਤੀ ਜਾਂਦੀ ਹੈ ਜੋ ਉਹਨਾਂ ਦੇ ਕਾਮੇ ਨੇ, ਜੇਕਰ ਉਹ ਸਟੇਸ਼ਨ 'ਤੇ ਕਿਤੇ ਖੜੇ ਨੇ ਤਾਂ ਲੋਕ ਬਿਲਕੁਲ ਵੀ ਨਹੀਂ ਦੇਖਦੇ ਕਿ ਉਹਨਾਂ ਦੇ ਕੋਲ ਆ ਕੇ ਸਵਾਲ ਨਾ ਪੁੱਛਣ। ਜਦੋਂ ਉਹਨਾਂ ਨੂੰ ਵਰਦੀ 'ਚ ਦੇਖਦੇ ਨੇ ਤਾਂ ਉਹਨਾਂ ਦੇ ਕੋਲ ਚਲੇ ਜਾਂਦੇ ਨੇ ਤੇ ਸਵਾਲ ਪੁੱਛਣ ਲੱਗਦੇ ਨੇ। ਇਸ ਦੌਰਾਨ ਉਹਨਾਂ ਨੂੰ ਆਪਣੀ ਸੁਰੱਖਿਆ ਨੂੰ ਲੈ ਕੇ ਬੇਹੱਦ ਡਰ ਸਤਾਉਂਦਾ ਰਹਿੰਦਾ ਹੈ, ਕਿਉਂਕਿ ਕਈ ਮਾਮਲੇ ਅਜਿਹੇ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਜਿਹੜੇ ਬੱਸਾਂ ਦੇ ਡਰਾਈਵਰ ਨੇ ਉਹ ਕਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਨੇ। ਅਤੇ ਇਸ ਦੌਰਾਨ ਉਹਨਾਂ ਨੂੰ ਮਾਸਕ ਪਾ ਕੇ ਰੱਖਣ ਅਤੇ ਜਿਹੜੀਆਂ ਇਕੁਇਪਮੈਂਟ ਹੈ ਜੋ ਕਿ ਪ੍ਰੋਟੈਕਸ਼ਨ ਵਾਸਤੇ ਪੂਰੀ ਕਿੱਟ ਹੈ, ਉਸ ਦੀ ਕੰਪਨੀ ਦੇ ਵੱਲੋਂ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹ ਕੰਮ 'ਤੇ ਜਾਣਗੇ ਜੇਕਰ ਉਹਨਾਂ ਦੇ ਕੋਲ ਸਾਰੀਆਂ ਸਹੂਲਤਾਂ ਹੋਣਗੀਆਂ। ਜਿਹਾ ਬੁੱਧਵਾਰ ਨੂੰ ਜੋ ਉਹਨਾਂ ਨੇ ਕੰਮ ਤੋਂ ਜਾਣ ਤੋਂ ਮਨਾ ਕੀਤਾ ਸੀ ਉਦੋਂ ਕਿਹਾ ਗਿਆ ਸੀ। ਹੁਣ ਇੱਥੇ ਇਹ ਹੈ ਕਿ ਵੱਖੋ ਵੱਖਰੇ ਅਦਾਰਿਆਂ ਦੇ ਵੱਲੋਂ ਕੰਮ ਹੈ ਜਿਹੜੇ ਉਹ ਪੂਰੀ ਤਰ੍ਹਾਂ ਬੰਦ ਤਾਂ ਕੀਤੇ ਨਹੀਂ ਗਏ। ਜੋ ਬਹੁਤ ਜ਼ਿਆਦਾ ਲੋੜ ਦੀਆਂ ਚੀਜ਼ਾਂ ਨੇ ਉਹਨਾਂ ਸੰਬੰਧੀ ਅਦਾਰੇ ਖੁੱਲ੍ਹੇ ਨੇ, ਚਾਹੇ ਉਹ ਫਿਰ ਗਰੋਸਰੀ ਸਟੋਰ ਹੋਣ ਜਾਂ ਫਿਰ ਕੋਈ ਹੋਰ ਸਹੂਲਤਾਂ ਜੋ ਇਸ ਸਮੇਂ ਦਿੱਤੀਆਂ ਜਾ ਰਹੀਆਂ ਨੇ ਉਹ ਹੋਣ। ਅਤੇ ਇਸੇ ਦੌਰਾਨ ਜਿਹੜੇ ਉਹ ਕਾਮੇ ਨੇ ਉਹ ਹਜੇ ਵੀ ਕੰਮ ਕਰ ਰਹੇ ਨੇ ਅਤੇ ਆਪਣੇ ਕੰਮ 'ਤੇ ਪਹੁੰਚਣ ਵਾਸਤੇ ਉਹਨਾਂ ਨੂੰ ਪਬਲਿਕ ਟਰਾਂਸਪੋਰਟ ਦੀ ਵਰਤੋਂ ਤਾਂ ਕਰਨੀ ਹੀ ਪੈਂਦੀ ਹੈ। ਪਰ ਇਸ ਦੌਰਾਨ ਪਬਲਿਕ ਟਰਾਂਸਪੋਰਟ ਦੇ ਵਿੱਚ ਵੀ ਜੋ ਇੱਕ ਸੀਮਤ ਹੋ ਗਿਆ ਕਿ ਜਿਹੜੀ ਸਰਵਿਸ ਹੈ ਉਹ ਬਹੁਤ ਜ਼ਿਆਦਾ ਨਹੀਂ ਹੈਗੀ, ਤਾਂ ਇਸ ਦੇ ਨਾਲ ਹੀ ਬਹੁਤ ਘੱਟ ਗਿਣਤੀ 'ਚ ਯਾਤਰੀ ਬੱਸਾਂ 'ਚ ਚੜ੍ਹਾਏ ਜਾਂਦੇ ਨੇ। ਤਾਂ ਇਸ ਨੂੰ ਲੈ ਕੇ ਵੀ ਅਤੇ ਨਾਲ ਹੀ ਖਤਰਾ ਉਹਨਾਂ ਦੇ ਲਈ ਕਈ ਵਾਰ ਜ਼ਿਆਦਾ ਇਹ ਹੁੰਦਾ ਕਿ ਉਹ ਇੰਨਾ ਜ਼ਿਆਦਾ ਆਪਣੇ ਕੰਮ ਵਾਲੀ ਥਾਂ ਦੇ ਉੱਤੇ ਖਤਰਾ ਮਹਿਸੂਸ ਨਹੀਂ ਕਰਦੇ, ਜਿੰਨਾ ਜ਼ਿਆਦਾ ਖਤਰਾ ਇਸ ਚੀਜ਼ ਦਾ ਮਹਿਸੂਸ ਕਰਦੇ ਨੇ ਕਿ ਰਾਹ ਦੇ ਵਿੱਚ ਜਦੋਂ ਉਹਨਾਂ ਨੂੰ ਪਬਲਿਕ ਟਰਾਂਸਪੋਰਟ ਤੋਂ ਬਿਨਾਂ ਹੋਰ ਕੋਈ ਹੀਲਾ ਨਹੀਂ ਹੈ ਆਪਣੇ ਘਰ ਤੋਂ ਕੰਮ 'ਤੇ ਘਰ ਜਾਣ ਵਾਸਤੇ, ਤਾਂ ਉਸ ਦੌਰਾਨ ਜੋ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰ ਰਹੇ ਹੋਣਗੇ ਉਦੋਂ ਉਹ ਕਿੰਨੇ ਕੁ ਸੁਰੱਖਿਅਤ ਨੇ। ਅਤੇ ਇਸੇ ਦੌਰਾਨ ਜਦੋਂ ਜਿਹੜੀਆਂ ਕੰਪਨੀਆਂ 'ਚ ਕੰਮ ਕਰ ਰਹੇ ਨੇ ਉਹ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ ਜੋ ਹਜੇ ਵੀ ਕੰਮ 'ਤੇ ਜਾ ਰਹੇ ਨੇ ਕਿ ਜੇਕਰ ਕੰਪਨੀ ਦੇ ਵੱਲੋਂ ਕੋਈ ਵੀ ਅਣਗਹਿਲੀ ਕੀਤੀ ਜਾਂਦੀ ਹੈ ਕਿ ਕੋਈ ਅਜਿਹੀ ਚੀਜ਼ ਜਾਂ ਅਜਿਹਾ ਜਿਹੜਾ ਕਾਨੂੰਨ ਹੈ ਉਹ ਲਾਗੂ ਨਹੀਂ ਕੀਤਾ ਜਾਂਦਾ ਕੰਮ ਵਾਲੀ ਥਾਂ ਦੇ ਉੱਤੇ ਜਿਸ ਦੇ ਕਰਕੇ ਤੁਹਾਡੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਕਰੋਨਾ ਵਾਇਰਸ ਕਰਕੇ, ਤਾਂ ਤੁਰੰਤ ਉਸ ਦੇ ਉੱਚ ਅਧਿਕਾਰੀਆਂ ਨੂੰ ਉਸੇ ਕੰਪਨੀ ਦੇ ਸ਼ਿਕਾਇਤ ਕੀਤੀ ਜਾਵੇ, ਕਿਉਂਕਿ ਅਜਿਹਾ ਬਿਲਕੁਲ ਵੀ ਇਜਾਜ਼ਤ ਨਹੀਂ ਹੈ। ਸਾਰੀਆਂ ਕੰਪਨੀਆਂ ਨੂੰ ਹਦਾਇਤਾਂ ਮਿਲੀਆਂ ਹੋਈਆਂ ਨੇ ਕਿ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਿਸੇ ਕਾਨੂੰਨ ਦੀ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੀ ਜਾਵੇ। ਜਿਹੜੇ ਗਰੋਸਰੀ ਸਟੋਰ ਨੇ ਉਹਨਾਂ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੇ ਲਈ ਖਾਸ ਤੌਰ 'ਤੇ ਉੱਤੇ ਹੈ ਕਿ ਜਿਹੜੇ ਉਹਨਾਂ ਦਾ ਕਿਸ ਤਰ੍ਹਾਂ ਦੂਜੇ ਵਿਅਕਤੀ ਨੇ ਜਿਹੜੇ ਬਾਹਰੋਂ ਸਮਾਨ ਲੈਣ ਆਉਂਦੇ ਨੇ ਉਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਹੈ ਅਤੇ ਕਿਸ ਤਰ੍ਹਾਂ ਉਹਨਾਂ ਦੇ ਲਈ ਜਿਹੜੇ ਹੋਰ ਸਹੂਲਤਾਂ ਮੁਹੱਈਆ ਕਰਵਾਉਣੀਆਂ ਨੇ, ਤਾਂ ਉਹ ਜਿਹੜਾ ਕੰਪਨੀ ਦੀ ਜ਼ਿੰਮੇਵਾਰੀ ਹੈ ਤਾਂ ਉਸ ਨੂੰ ਲੈ ਕੇ ਕੀ ਧਿਆਨ ਰੱਖਿਆ ਜਾ ਰਿਹਾ। ਜੇਕਰ ਨਹੀਂ ਅਜਿਹੇ ਵਿੱਚ ਲਾਪਰਵਾਹੀ ਵਰਤੀ ਜਾ ਰਹੀ ਹੈ ਤਾਂ ਸ਼ਿਕਾਇਤ ਜ਼ਰੂਰ ਕੀਤੀ ਜਾਵੇ। ਆਪਣੀ ਸੁਰੱਖਿਆ ਨੂੰ ਲੈ ਕੇ ਇਸ ਦੌਰਾਨ ਆਪਣੇ ਆਪ ਚੌਕਸੀ ਦੇ ਨਾਲ ਧਿਆਨ ਦਿੱਤਾ ਜਾਵੇ, ਕਿਉਂਕਿ ਕੰਮ ਕਰੇ ਬਿਨਾਂ ਤਾਂ ਇਸ ਵਕਤ ਜਿਹੜੇ ਅਹਿਮ ਚੀਜ਼ਾਂ ਨੇ ਉਹਨਾਂ ਵਿੱਚ ਅਹਿਮ ਅਦਾਰੇ ਨੇ ਸਰ ਨਹੀਂ ਸਕਦਾ, ਕਿਉਂਕਿ ਗਰੋਸਰੀ ਦੀ ਵੀ ਲੋਕਾਂ ਨੂੰ ਲੋੜ ਹੈ, ਸਿਹਤ ਸਹੂਲਤਾਂ ਦੀ ਵੀ ਲੋੜ ਹੈ, ਸਪਲਾਈ ਵਾਸਤੇ ਟਰਾਂਸਪੋਰਟ ਦੀ ਵੀ ਲੋੜ ਹੈ, ਖੁਦ ਟਰੈਵਲ ਕਰਨ ਵਾਸਤੇ ਵੀ ਟਰਾਂਸਪੋਰਟ ਦੀ ਲੋੜ ਹੈ। ਪਰ ਇਸੇ ਦੌਰਾਨ ਇਹ ਵੀ ਧਿਆਨ ਰੱਖਿਆ ਜਾਵੇ ਕਿ ਕਿਤੇ ਜਿਹੜੀਆਂ ਇਹ ਲੋੜਾਂ ਤੁਸੀਂ ਇਸ ਸਮੇਂ ਪੂਰੀਆਂ ਕਰ ਰਹੇ ਹੋ, ਚਾਹੇ ਕੰਮ ਕਰਕੇ ਆਪਣੀ ਕਮਾਈ ਕਰਨ ਸੰਬੰਧੀ ਹੋਣ, ਚਾਹੇ ਤੁਹਾਡਾ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹ ਬੇਹੱਦ ਜ਼ਰੂਰੀ ਹੈ ਦੂਜਿਆਂ ਵਾਸਤੇ, ਪਰ ਸਭ ਤੋਂ ਪਹਿਲਾਂ ਆਪਣੀ ਸੁਰੱਖਿਆ ਹੈ। ਅਤੇ ਇਸ ਦੌਰਾਨ ਜੇਕਰ ਕੋਈ ਅਜਿਹੀ ਇਸ ਦੀ ਪਾਲਣਾ ਨਹੀਂ ਕਰਦਾ ਤਾਂ ਇਸ ਸੰਬੰਧੀ ਸ਼ਿਕਾਇਤ ਜ਼ਰੂਰ ਕੀਤੀ ਜਾਵੇ, ਕਿਉਂਕਿ ਇੱਥੇ ਜ਼ਿਕਰਯੋਗ ਹੈ ਕਿ ਕਈ ਵੱਖੋ ਵੱਖਰੀਆਂ ਯੂਨੀਅਨਸ ਇਸ ਮੌਕੇ ਸਾਹਮਣੇ ਆ ਗਈਆਂ ਨੇ ਜਿਨ੍ਹਾਂ ਵੱਲੋਂ ਇੱਥੇ ਫੈਸਲੇ ਲਏ ਜਾ ਰਹੇ ਨੇ ਕਿ ਆਪਣੇ ਕਾਮਿਆਂ ਵਾਸਤੇ ਕਈ ਹਜ਼ਾਰ ਕਾਮੇ ਉਹਨਾਂ ਯੂਨੀਅਨਸ ਦੇ ਅਧੀਨ ਨੇ, ਜਿਨ੍ਹਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਕਾਮੇ ਨੇ ਜੋ ਉਹ ਚੰਗੀ ਤਰ੍ਹਾਂ ਕੰਮ ਤਾਂ ਹੀ ਕਰਨਗੇ ਜਿਹੜੇ ਤੰਦਰੁਸਤ ਨੇ, ਕਿ ਉਹਨਾਂ ਦੀ ਤੰਦਰੁਸਤੀ ਨੂੰ ਲੈ ਕੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਜੇਕਰ ਸਖਤ ਕਦਮ ਚੁੱਕੇ ਜਾਂਦੇ ਨੇ
ਜਿਸ ਲਈ ਉਹਨਾਂ ਦੇ ਵਾਸਤੇ ਮੰਗ ਕੀਤੀ ਜਾ ਰਹੀ ਹੈ। ਤੇ ਵੱਖੋ ਵੱਖਰੀਆਂ ਜੋ ਮਨੁੱਖੀ ਅਧਿਕਾਰਾਂ ਦੀਆਂ ਯੂਨੀਅਨਸ ਹੈ, ਉਹਨਾਂ ਦੇ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜੋ ਵੱਖੋ ਵੱਖਰੀਆਂ ਜੇਲ੍ਹਾਂ ਦੇ ਵਿੱਚ ਕੈਦੀ ਨੇ, ਖਾਸ ਤੌਰ ਦੇ ਉੱਤੇ ਹੁਣ ਜੇ ਗੱਲ ਕਰੀਏ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਮਿਸ਼ਨ ਦੀ ਜੇਲ੍ਹ ਹੈ, ਉਸ ਦੇ ਵਿੱਚ ਹੁਣ ਤੱਕ 55 ਕੈਦੀ ਕਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਨੇ। ਤੇ ਇਹ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਜਾ ਰਹੇ ਨੇ, ਕਿਉਂਕਿ ਕੁਝ ਹੀ ਗਿਣਤੀ ਤੋਂ ਉੱਥੇ ਸ਼ੁਰੂ ਹੋਈ ਸੀ, ਇਹ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋਏ ਸਨ, ਪਰ ਹੁਣ ਇਹ ਲਗਾਤਾਰ ਵੱਧਦੇ ਜਾ ਰਹੇ ਨੇ। ਜਦ ਕਿ ਦਾਅਵਾ ਕੀਤਾ ਜਾ ਰਿਹਾ ਸੀ ਕਿ ਜਦੋਂ ਸ਼ੁਰੂ ਹੋਇਆ ਪਹਿਲਾਂ ਤਾਂ ਡਰ ਇਹੋ ਸਤਾ ਰਿਹਾ ਸੀ ਕਿ ਕਿਤੇ ਜੇਲ੍ਹਾਂ ਵਿੱਚ ਜੋ ਕਰੋਨਾ ਵਾਇਰਸ ਹੈ ਪਹੁੰਚ ਨਾ ਜਾਵੇ। ਉਹ ਸੂਬਾ ਸਰਕਾਰਾਂ ਹੋਣ ਚਾਹੇ ਫੈਡਰਲ ਸਰਕਾਰ ਹੋਵੇ, ਸਭ ਦੇ ਵੱਲੋਂ ਇਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ। ਪਰ ਜਦੋਂ ਪਹੁੰਚ ਗਿਆ ਤਾਂ ਉਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਸਖਤ ਹਦਾਇਤਾਂ ਲਾਈਆਂ ਗਈਆਂ ਨੇ, ਕੈਦੀਆਂ ਨੂੰ ਬਿਲਕੁਲ ਵੱਖ ਰੱਖਿਆ ਜਾ ਰਿਹਾ ਹੈ ਤਾਂ ਕਿ ਉਹ ਦੂਜੇ ਕੈਦੀਆਂ ਦੇ ਸੰਪਰਕ ਵਿੱਚ ਨਾ ਆਉਣ। ਪਰ ਇਸੇ ਦਰਮਿਆਨ ਹੋਰ ਕੈਦੀਆਂ ਦੇ ਕਰੋਨਾ ਵਾਇਰਸ ਤੋਂ ਪੀੜਤ ਹੋਣ ਦੇ ਮਾਮਲੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਸਿਰਫ ਇੰਨਾ ਹੀ ਨਹੀਂ, ਜਿਹੜੇ ਬ੍ਰਿਟਿਸ਼ ਕੋਲੰਬੀਆ ਤੋਂ ਹੀ ਐਬਸਫੋਰਡ ਦੇ ਹਸਪਤਾਲ 'ਚ ਕੱਲ੍ਹ ਇੱਕ ਕੈਦੀ ਦੀ ਮੌਤ ਵੀ ਹੋਈ ਹੈ, ਜਿਸ ਦੇ ਬਾਰੇ ਤੁਹਾਨੂੰ ਦੱਸਿਆ ਸੀ। ਤੇ ਇਸੇ ਤੋਂ ਬਾਅਦ ਖਾਸ ਤੌਰ ਦੇ ਉੱਤੇ ਮਨੁੱਖੀ ਅਧਿਕਾਰਾਂ ਦੇ ਜਿਸ ਸੰਗਠਨ ਨੇ ਮੰਗ ਕਰ ਰਹੇ ਨੇ ਕਿ ਵੱਧ ਤੋਂ ਵੱਧ ਕੈਦੀ ਜਿਨ੍ਹਾਂ ਨੂੰ ਹੋ ਸਕਦਾ ਹੈ ਜੇਲ੍ਹਾਂ 'ਚੋਂ ਬਾਹਰ ਛੱਡ ਦਿੱਤਾ ਜਾਵੇ, ਕਿਉਂਕਿ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਇਸ ਵਕਤ ਬੇਹੱਦ ਜ਼ਰੂਰੀ ਹੈ ਕਿ ਵੱਡਾ ਫੈਸਲਾ ਲਿਆ ਜਾਵੇ। ਤਾਂ ਉਧਰ ਦੂਜੇ ਪਾਸੇ ਹੋਰ ਜਿਹੜੇ ਪ੍ਰਭਾਵਿਤ ਹੋ ਰਹੇ ਨੇ ਉਹ ਖਾਸ ਤੌਰ ਦੇ ਉੱਤੇ ਬੇਸ਼ੱਕ ਸੈਲਾਨੀਆਂ ਦੇ ਲਈ ਖਿੱਚ ਦਾ ਕੇਂਦਰ ਇਹ ਥਾਵਾਂ ਨੇ, ਜਿਵੇਂ ਸਾਇੰਸ ਵਰਲਡ ਹੈ, ਵੈਨਕੂਵਰ ਐਕੁਏਰੀਅਮ ਦੇ ਬਾਰੇ ਤੁਹਾਨੂੰ ਕੱਲ੍ਹ ਦੱਸਿਆ ਸੀ। ਤਾਂ ਅੱਜ ਸਾਇੰਸ ਵਰਲਡ ਦੇ ਵੱਲੋਂ ਵੀ ਇਹੋ ਗੱਲ ਕਹਿ ਦਿੱਤੀ ਗਈ ਹੈ ਕਿ ਜੋ ਹਾਲਾਤ ਇਸ ਸਮੇਂ ਬਣੇ ਹੋਏ ਨੇ ਉਸ ਦੇ ਕਾਰਨ ਜੋ ਉਹਨਾਂ ਨੂੰ ਬੰਦ ਕਰਨਾ ਪਿਆ, ਪਰ ਉਹਨਾਂ ਨੂੰ ਜਿਉਂਦਾ ਤਿਉਂ ਰੱਖਣ ਵਾਸਤੇ ਫੰਡ ਦੀ ਲੋੜ ਹੈ, ਨਹੀਂ ਤਾਂ ਹਮੇਸ਼ਾ ਦੇ ਵਾਸਤੇ ਸਾਇੰਸ ਵਰਲਡ ਵੀ ਬੰਦ ਹੋ ਸਕਦਾ ਹੈ। ਤੇ ਇਸ ਦੇ ਬਾਰੇ ਜੋ ਜਾਣਕਾਰੀ ਉਹ ਸਾਂਝੀ ਕੀਤੀ ਗਈ ਹੈ। ਤੇ ਇਸ ਦੌਰਾਨ ਜਿਹੜੇ ਕਾਮੇ ਨੇ ਵੱਡੀ ਗਿਣਤੀ ਦੇ ਵਿੱਚ ਅਜਿਹੀਆਂ ਥਾਵਾਂ ਤੋਂ ਉਹਨਾਂ ਦਾ ਕੰਮ ਵੀ ਛੁੱਟ ਗਿਆ, ਜਿਸ ਕਰਕੇ ਕਾਫੀ ਜ਼ਿਆਦਾ ਨੁਕਸਾਨ ਜਿਹੜੇ ਲੋਕਾਂ ਨੂੰ ਹੋ ਰਿਹਾ। ਬੇਸ਼ੱਕ ਕੰਮ ਛੁੱਟ ਗਿਆ ਤੇ ਉਹ ਘਰ ਬੈਠੇ ਨੇ ਤੇ ਉਹਨਾਂ ਨੂੰ ਸਰਕਾਰ ਵੱਲੋਂ ਮਦਦ ਵੀ ਮਿਲ ਰਹੀ ਹੈ, ਪਰ ਜਿਹੜੇ ਕੰਮ ਤੇ ਜਾ ਰਹੇ ਨੇ ਉਹ ਆਪਣੀ ਸੁਰੱਖਿਆ ਦਾ ਅਹਿਮ ਧਿਆਨ ਰੱਖਣ। ਤੇ ਜੇਕਰ ਕਿਸੇ ਵੀ ਜਿਸ ਕੰਪਨੀ ਦੇ ਵਿੱਚ ਜਿਸ ਥਾਂ ਦੇ ਉੱਤੇ ਉਹ ਕੰਮ ਕਰਦੇ ਨੇ ਲਾਪਰਵਾਹੀ ਵਰਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਸ਼ਿਕਾਇਤ ਜ਼ਰੂਰ ਕੀਤੀ ਜਾਵੇ, ਕਿਉਂਕਿ ਹੁਣ ਯੂਨੀਅਨਸ ਦੇ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਜੋ ਗਰੋਸਰੀ ਸਟੋਰਸ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕਿ ਜੋ ਇਸ ਸਮੇਂ ਫੈਸਲੇ ਲਏ ਗਏ ਨੇ, ਜੋ ਕੈਨੇਡਾ ਸਰਕਾਰ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਹੈ। ਕੈਨੇਡਾ ਸਰਕਾਰ ਨੇ ਇਸ ਮੌਕੇ ਇਹ ਜਿਹੜਾ ਜਸਟਿਨ ਟਰੂਡੋ ਵੱਲੋਂ ਕਈ ਵਾਰ ਕਿਹਾ ਜਾ ਗਿਆ ਖੁਦ ਵੀ ਕਿ ਜੋ ਹਰ ਹਫ਼ਤੇ ਗਰੋਸਰੀ ਲੈਣ ਵਾਸਤੇ ਇੱਕ ਵਾਰ ਹੀ ਜਾਇਆ ਜਾਵੇ, ਪਰ ਇਸ ਦੌਰਾਨ ਮੰਗ ਕੀਤੀ ਜਾ ਰਹੀ ਹੈ ਕਿ ਜੇ ਬੇਸ਼ੱਕ ਇੱਕ ਵਾਰ ਹੀ ਜਾਇਆ ਜਾਵੇ, ਪਰ ਜਿਹੜਾ ਇੱਕ ਵਾਰ ਜਾਣਾ ਤਾਂ ਪਰਿਵਾਰ ਦਾ ਕੋਈ ਇੱਕ ਮੈਂਬਰ ਹੀ ਉਸ ਗਰੋਸਰੀ ਨੂੰ ਲਿਆਵੇ। ਗਰੋਸਰੀ ਲੈਣ ਵਾਸਤੇ ਪਰਿਵਾਰ ਦਾ ਇੱਕ ਮੈਂਬਰ ਹੀ ਜਾਵੇ ਤਾਂ ਕਿ ਜ਼ਿਆਦਾ ਗਿਣਤੀ ਵਿੱਚ ਗਰੋਸਰੀ ਸਟੋਰਸ ਦੇ ਵਿੱਚ ਲੋਕ ਇਕੱਠੇ ਨਾ ਹੋਣ, ਜਿਸ ਦੇ ਨਾਲ ਕਾਮਿਆਂ ਦੇ ਲਈ ਖਤਰਾ ਪੈਦਾ ਨਾ ਹੋਵੇ। ਕਿਉਂਕਿ ਇੱਥੇ ਬਾਰ-ਬਾਰ ਇਹੋ ਪ੍ਰਗਟਾਇਆ ਜਾ ਰਿਹਾ ਹੈ ਕਿ ਗਰੋਸਰੀ ਸਟੋਰਸ ਦੇ ਜੋ ਕਾਮੇ ਨੇ ਉਹਨਾਂ ਵਾਸਤੇ ਇਸ ਸਮੇਂ ਕਾਫੀ ਜ਼ਿਆਦਾ ਖਤਰੇ ਦੀ ਘੜੀ ਹੈ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਗਰੋਸਰੀ ਸਟੋਰਸ ਦੇ ਵਿੱਚ ਲੋਕ ਆਉਂਦੇ ਨੇ। ਪਤਾ ਨਹੀਂ ਹੁੰਦਾ ਕਿ ਉਹ ਕਈ ਵਾਰ ਉਹਨਾਂ ਨੂੰ ਦੇਖ ਕੇ ਨਹੀਂ ਪਤਾ ਲੱਗਦਾ ਕਿ ਉਹ ਬਿਮਾਰ ਹੈਗੇ ਨੇ ਜਾਂ ਨਹੀਂ, ਕਿਉਂਕਿ ਇਸ ਸਮੇਂ ਜਿਹੜੇ ਸੁਰੱਖਿਆ ਅਧਿਕਾਰੀ ਨੇ ਜਾਂ ਫਿਰ ਜਿਹੜੇ ਸਿਕਿਉਰਿਟੀ ਗਾਰਡ ਨੇ ਉਹ ਗਰੋਸਰੀ ਸਟੋਰਸ ਦੇ ਵਿੱਚ ਘੁੰਮ ਵੀ ਰਹੇ ਨੇ ਕਿ ਇਹ ਦੇਖਣ ਵਾਸਤੇ ਕਿ ਕੋਈ ਉੱਥੇ ਉਲੰਘਣਾ ਨਾ ਕਰ ਰਿਹਾ ਹੋਵੇ, ਦੂਜੇ ਵਿਅਕਤੀ ਦੇ ਨੇੜੇ ਨਾ ਖੜਾ ਹੋਵੇ। ਪਰ ਇਸ ਦੌਰਾਨ ਜਿਹੜੇ ਵਿਅਕਤੀ ਗਰੋਸਰੀ ਸਟੋਰ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਕਈ ਵਾਰ ਦੇਖ ਕੇ ਨਹੀਂ ਪਤਾ ਲੱਗਦਾ ਕਿ ਕੋਈ ਬਿਮਾਰ ਹੈਗਾ ਕਿ ਨਹੀਂ। ਤਾਂ ਕਈ ਵਾਰ ਕੋਈ ਲੱਛਣ ਜਿਸ ਦੇ ਵਿੱਚ ਕੋਵਿਡ-19 ਦੇ ਨਜ਼ਰ ਨਾ ਆ ਰਹੇ ਹੋਣ ਤਾਂ ਉਹ ਕੁਝ ਚੀਜ਼ਾਂ ਨੂੰ ਹੱਥ ਲਗਾ ਕੇ ਉੱਥੇ ਚੱਲਿਆ ਜਾਵੇ, ਤਾਂ ਉਸ ਤੋਂ ਬਾਅਦ ਉਹ ਸਮਾਨ ਨੂੰ ਚੱਕਣ ਆਉਣਗੇ, ਉਹਨਾਂ ਦੇ ਲਈ ਵੀ ਖਤਰਾ ਹੈ। ਤੇ ਜਿਹੜੇ ਉੱਥੇ ਕੰਮ ਕਰ ਰਹੇ ਨੇ ਉਹਨਾਂ ਦੇ ਲਈ ਵੀ ਖਤਰਾ ਹੈ, ਜਿਸ ਦੇ ਵਾਸਤੇ ਸੁਰੱਖਿਆ ਨੂੰ ਹੋਰ ਜ਼ਿਆਦਾ ਵਧਾਉਣ ਲਈ ਮੰਗ ਇਸ ਸਮੇਂ ਕੀਤੀ ਜਾ ਰਹੀ ਹੈ, ਖਾਸ ਤੌਰ ਦੇ ਉੱਤੇ ਗਰੋਸਰੀ ਸਟੋਰਸ ਦੇ ਉੱਤੇ ਜੋ ਕਾਮੇ ਨੇ ਉਹਨਾਂ ਲਈ। ਤੇ ਇਸ ਦੇ ਉੱਤੇ ਜ਼ਿਆਦਾ ਜਿਹੜਾ ਧਿਆਨ ਦਿੱਤਾ ਜਾਵੇ। ਪਰ ਆਪਣੇ ਪੱਧਰ ਦੇ ਉੱਤੇ ਹੁਣ ਜਿਹੜੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਦੇ ਉੱਤੇ ਇਸ ਸੁਰੱਖਿਆ ਨੂੰ ਵਧਾਇਆ ਜਾਵੇ ਤੇ ਫੈਸਲਾ ਲਿਆ ਜਾਵੇ ਕਿ ਕਿਉਂਕਿ ਹੁਣ ਵੱਡੇ ਗਰੋਸਰੀ ਸਟੋਰਸ ਨੇ ਜਿਹੜੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠਿਆਂ ਹੀ ਅੰਦਰ ਚਲੇ ਜਾਂਦੇ ਨੇ। ਬੇਸ਼ੱਕ ਉੱਥੇ ਲਾਈਨਾਂ ਖਿੱਚ ਦਿੱਤੀਆਂ ਗਈਆਂ ਨੇ ਕਿ ਉਸ ਲਾਈਨ ਤੋਂ ਜਿਹੜਾ ਪਾਰ ਦੂਜੇ ਵਿਅਕਤੀ ਦੇ ਨੇੜੇ ਨਹੀਂ ਜਾਣਾ, ਪਰ ਫਿਰ ਵੀ ਜਦੋਂ ਵੱਡੀ ਗਿਣਤੀ 'ਚ ਲੋਕ ਜਾਂਦੇ ਨੇ ਤਾਂ ਇਸ ਦੌਰਾਨ ਖਤਰਾ ਤਾਂ ਬਣਿਆ ਹੀ ਰਹਿੰਦਾ ਹੈ। ਪਰ ਇਸੇ ਨੂੰ ਦੇਖਦੇ ਹੋਏ ਜੋ ਇੱਥੇ ਮੰਗ ਕੀਤੀ ਜਾ ਰਹੀ ਹੈ ਉਹ ਇਹੋ ਹੈ ਕਿ ਜਿਹੜੇ ਘੱਟ ਗਿਣਤੀ ਦੇ ਵਿੱਚ ਲੋਕ ਆਉਣ, ਇੱਕ ਪਰਿਵਾਰ ਦੇ ਵਿੱਚੋਂ ਜੇਕਰ ਇੱਕ ਵਾਰ ਹੀ ਗਰੋਸਰੀ ਕੀਤੀ ਜਾ ਰਹੀ ਹੈ ਤਾਂ ਇੱਕ ਹੀ ਬੰਦਾ ਉਸ ਗਰੋਸਰੀ ਨੂੰ ਲੈਣ ਦੇ ਲਈ ਜਾਵੇ। ਅਜਿਹਾ ਲਾਗੂ ਕਰ ਦਿੱਤਾ ਜਾਵੇ ਤੇ ਖੁਦ ਵੀ ਨਾਗਰਿਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਦੇ ਉੱਤੇ ਧਿਆਨ ਦੇਵੋ। ਕਿਉਂਕਿ ਹੁਣ ਕੀ ਹੁੰਦਾ ਹੈ ਕਿ ਜ਼ਿਆਦਾ ਗਿਣਤੀ ਜਿਹੜੇ ਪਰਿਵਾਰ ਨੇ ਉਹ ਜਦੋਂ ਕੋਈ ਗਰੋਸਰੀ ਕਰਨ ਜਾਂਦੇ ਵੀ ਨੇ ਤਾਂ ਜਿਹੜੇ 1 ਜਾਂ 2 ਜਾਂ 3 ਜਿਹੜੇ ਇੱਕੋ ਪਰਿਵਾਰ ਦੇ ਮੈਂਬਰ ਚਲੇ ਜਾਂਦੇ ਨੇ ਇਹ ਸੋਚ ਕੇ ਕਿ ਅਸੀਂ ਤਾਂ ਤੰਦਰੁਸਤ ਹਾਂ, ਅਸੀਂ ਕਿਹੜੇ ਬਿਮਾਰ ਹਾਂ।
ਪਰ ਜ਼ਰੂਰੀ ਨਹੀਂ ਕਿ ਜੇ ਤੁਸੀਂ ਬਿਮਾਰ ਨਹੀਂ ਹੈਗੇ ਤਾਂ ਤੁਹਾਡੇ ਪਰਿਵਾਰ ਦਾ ਹਰ ਮੈਂਬਰ ਸਟਰੋਂਗ ਮਜ਼ਬੂਤ ਇਮਿਊਨਿਟੀ ਸਿਸਟਮ ਦੇ ਨਾਲ ਹੋਵੇਗਾ। ਜੇਕਰ ਪਰਿਵਾਰ ਦੇ 3 ਮੈਂਬਰ ਇਕੱਠੇ ਜਾ ਰਹੇ ਨੇ ਤਾਂ ਉਹਨਾਂ ਦੇ ਵਿੱਚੋਂ ਹੋ ਸਕਦਾ ਹੈ ਕਿ ਇੱਕ ਨੂੰ ਕੋਈ ਜ਼ਿਆਦਾ ਇਮਿਊਨਿਟੀ ਸਟਰੋਂਗ ਹੈ, ਫਰਕ ਨਹੀਂ ਪੈਂਦਾ ਹੈਗਾ, ਕਿਸੇ ਜੋ ਕੀਟਾਣੂ ਨੇ ਉਸ ਦੇ ਉੱਤੇ ਹਮਲਾ ਕਰਦੇ ਵੀ ਨੇ ਤਾਂ ਉਹਨੂੰ ਫਰਕ ਨਹੀਂ ਪੈਂਦਾ, ਉਹ ਠੀਕ ਰਹਿੰਦਾ ਹੈ। ਪਰ ਇਹ ਹੋ ਸਕਦਾ ਕਿ ਦੂਜਾ ਮੈਂਬਰ ਹੈ ਜੋ ਉਹ ਬਿਮਾਰ ਹੋ ਜਾਵੇ ਅਤੇ ਉਸ ਦੇ ਕਰਕੇ ਫਿਰ ਸਾਰਾ ਪਰਿਵਾਰ ਬਿਮਾਰ ਹੋ ਸਕਦਾ ਹੈ। ਤਾਂ ਇਹੋ ਵੱਡਾ ਕਾਰਨ ਹੈ। ਅਤੇ ਇਸ ਦੇ ਨਾਲ ਹੀ ਇਹ ਵੀ ਹੈ ਕਿ ਜਿੰਨੇ ਜ਼ਿਆਦਾ ਘੱਟ ਲੋਕ ਹੋਣਗੇ ਬਾਹਰ, ਉਨਾ ਜ਼ਿਆਦਾ ਦੂਰੀ ਬਣੀ ਰਹੇਗੀ ਅਤੇ ਉਨਾ ਜ਼ਿਆਦਾ ਜਿਹੜਾ ਖਤਰਾ ਹੈ ਉਹ ਘੱਟ ਰਹੇਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।